सत श्री अकाल दोस्तों, स्वागत है तुहाडे अपने चैनल पीवी पंजाबी कहानियां ते अज तुहाडे लई लैके आए हैं एक नवीं पंजाबी कहानी। मेरी भाभी नूं इस घर विच आई अजे 2 महीने ही होए सन। मेरा भरा 1 महीना पहलां ही कमाउण लई बाहर चला गया सी। जदों तो मेरा भरा बाहर गया सी, मेरी भाभी हर रोज़ मेरे तो एक वड्डी मोमबत्ती मंगवाउंदी अते रात नूं अपने कमरे विच लै जांदी। आखिर वो इन्नियां मोमबत्तियां नाल की कर रही सी, ਇਹ ਗੱਲ ਨੂੰ ਜਾਣ ਲਈ ਇੱਕ ਰਾਤ ਮੈਂ ਉਹਨਾਂ ਦੇ ਕਮਰੇ ਵਿੱਚ ਛੁਪ ਗਿਆ। थोड़ी देर बाद भाभी कमरे विच आई ते दरवाज़ा बंद कर लिया। इन्ने दिनी मैं अपनी भाभी तो लुकदा रहिंदा क्योंकि मैं नहीं चाहुंदा सी कि भाभी मैनूं उही काम दुबारा देवे। मैं उन्हां तो दूर दूर भजदा सी। मैं घरों भी इस तरह निकलदा सी कि उन्हां नूं पता ही ना लगे, पर पता नहीं अज उन्हां नूं मेरे बाहर जाण दा किवें पता लग गया। उन्हां ने मैनूं एक काम करन लई कहा। मैं वो काम करना नहीं चाहुंदा सी। मैं करियाने की दुकान ते जा रहा सी। भाभी ने मेरे कोलों कुछ मंगवाया पर मैं वो लियाउणा नहीं चाहुंदा सी क्योंकि हुण तां दुकानदार भी मेरा मजाक उड़ाउण लग पिया सी। पर मैं अपनी भरजाई नूं किवें इनकार कर सकदा सी ते माँ ने भी कहा सी कि भरा बाहर काम ते है, इसलिए जे भाभी ने कुछ मंगाया ਤਾਂ ਨਾ ਕਰੀ। ਇਸੇ ਲਈ ਮੈਂ ਹਰ ਗੱਲ ਵਿੱਚ ਉਹਨਾਂ ਦਾ ਕਹਿਣਾ ਮੰਨਦਾ ਸੀ। ਅੱਜ ਮੈਂ ਦੁਕਾਨ ਦੇ ਬਾਹਰ ਖੜ ਕੇ ਉਡੀਕ ਕਰ ਰਿਹਾ ਸੀ ਕਿ ਦੁਕਾਨ ਕਦੋਂ ਖੁੱਲ੍ਹੇਗੀ। ਜਦੋਂ ਦੁਕਾਨਦਾਰ ਨੇ ਦੁਕਾਨ ਖੋਲ੍ਹੀ ਤਾਂ ਮੈਂ ਅੱਗੇ ਹੋ ਕੇ ਕਿਹਾ, ਇਹ ਪੈਸੇ ਲੈ ਲਓ ਅਤੇ ਵੱਡੀ ਮੋਮਬੱਤੀ ਦੇ ਦਿਓ। ਦੁਕਾਨਦਾਰ ਨੇ ਹੱਸ ਕੇ ਕਿਹਾ, ਤੂੰ ਰੋਜ਼ ਇੰਨੀਆਂ ਮੋਮਬੱਤੀਆਂ ਦਾ ਕੀ ਕਰਦਾ ਹੈ? ਤੂੰ ਇੱਕ ਚੰਗੇ ਪਰਿਵਾਰ ਤੋਂ ਹੈ, तेरा भरा बाहर गया होया है, तुसीं इन्वर्टर क्यों नहीं लगाउंदे कि अज दे जमाने विच लाइट जाण तो बाद भी तुसीं मोमबत्ती जगा के काम करदे हो। मैं थोड़ा गुस्से विच आके उस नूं कहा, मैनूं मेरा समान दे दिओ अते मेरे कोल होर काम भी है। मेरा मतलब उस नूं इह कहना सी कि वह अपने काम ते ध्यान रखे। तुहाडा काम है समान बेचना। मैं फिर अपने घर आ गया। भाभी पहलां ही खड़ी उड़ीक रही सी। मेरी भाभी बहुत सोहनी सी। उस दा रंग बहुत गोरा सी। हर कोई हैरान सी कि वह इन्नी खूबसूरत किवें है। फिल्म दी हीरोइन भी इन्नी खूबसूरत नहीं हुंदी। ਉਹ ਇੰਨੀ ਸੋਹਣੀ ਸੀ ਕਿ ਮੇਰੀ ਮਾਂ ਨੇ ਉਸ ਨੂੰ ਦੇਖਦੇ ਹੀ ਸੋਚਿਆ ਕਿ ਮੈਂ ਆਪਣੇ ਪੁੱਤਰ ਦਾ ਵਿਆਹ ਇਸ ਨਾਲ ਹੀ ਕਰਵਾਵਾਂਗੀ। ਪਰਿਵਾਰ ਦੇ ਸਾਰੇ ਮੈਂਬਰ ਜੋ ਵਿਆਹ ਵਿੱਚ ਨਹੀਂ ਆ ਸਕੇ, ਉਹ ਵਿਆਹ ਦੇ 1 ਮਹੀਨੇ ਬਾਅਦ ਤੱਕ ਬਾਰ-ਬਾਰ ਸਾਡੇ ਘਰ ਆਉਂਦੇ ਰਹਿੰਦੇ ਸੀ। ਮੇਰੀ ਭਰਜਾਈ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ। ਉਹ ਉਸ ਤੋਂ ਪੁੱਛਦੇ ਕਿ ਤੁਹਾਡੀ ਕੋਈ ਭੈਣ ਹੈ, ਪਰ ਭਾਬੀ ਤਾਂ ਇਕੱਲੀ ਸੀ। ਜਦੋਂ ਭਾਬੀ ਨੇ ਮੇਰੇ ਹੱਥ ਵਿੱਚ ਮੋਮਬੱਤੀ ਦੇਖੀ ਤਾਂ ਉਹ ਬਹੁਤ ਖੁਸ਼ ਹੋ ਗਈ। ਉਹ ਖੁਸ਼ੀ-ਖੁਸ਼ੀ ਮੇਰੇ ਹੱਥੋਂ ਮੋਮਬੱਤੀ ਲੈ ਕੇ ਉਸ ਵਿੱਚੋਂ ਧਾਗਾ ਕੱਢ ਕੇ ਉੱਥੇ ਸੁੱਟ ਦਿੱਤਾ ਅਤੇ ਡੱਬਾ ਅਤੇ ਮੋਮਬੱਤੀ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ। ਸ਼ਾਮ ਤੋਂ ਬਾਅਦ ਉਹ ਕੋਈ ਕੰਮ ਨਹੀਂ ਕਰਦੀ ਸੀ, ਆਪਣੇ ਕਮਰੇ ਵਿੱਚ ਹੀ ਬੈਠੀ ਰਹਿੰਦੀ ਸੀ। ਮਾਂ ਕਹਿੰਦੀ ਸੀ ਕਿ ਸ਼ਾਇਦ ਗੌਰਵ ਦਾ ਫੋਨ ਆਇਆ ਹੋਵੇਗਾ। ਹੁਣੇ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਦੋਵੇਂ ਵੱਖ ਹੋ ਗਏ। ਵਿਆਹ 'ਤੇ ਬਹੁਤ ਖਰਚਾ ਆਇਆ, ਇਸ ਲਈ ਉਸ ਨੂੰ ਵਾਪਸ ਜਾਣਾ ਪਿਆ। ਪਰ ਕੋਈ ਗੱਲ ਨਹੀਂ, 1 ਸਾਲ ਵਿੱਚ ਉਹ ਵਾਪਸ ਆ ਜਾਵੇਗਾ। ਮੇਰੀ ਨੂੰਹ ਦਾ ਦਿਲ ਤਾਂ ਦੁਖਦਾ ਹੀ ਹੋਵੇਗਾ। ਮੇਰੀ ਮਾਂ ਨੂੰ ਮੇਰੀ ਭਾਬੀ ਬਹੁਤ ਚੰਗੀ ਲੱਗਦੀ ਸੀ। ਮੇਰੀ ਮਾਂ ਨੂੰ ਮੇਰੀ ਭਰਜਾਈ ਵਿੱਚ ਕੁਝ ਵੀ ਗਲਤ ਨਹੀਂ ਦਿਖਦਾ ਸੀ। ਇਹ ਗੱਲ ਬੜੀ ਅਜੀਬ ਸੀ ਕਿ ਇੱਕ ਸੱਸ ਆਪਣੀ ਨੂੰਹ ਨਾਲ ਇੰਨੀ ਚੰਗੀ ਤਰ੍ਹਾਂ ਕਿਵੇਂ ਰਹਿ ਸਕਦੀ ਹੈ। ਉਹ ਮੇਰੀ ਭਾਬੀ ਨੂੰ ਬਹੁਤ ਪਿਆਰ ਕਰਦੀ ਸੀ। ਮੇਰੀ ਭਰਜਾਈ ਵੀ ਸਾਰਿਆਂ ਨਾਲ ਚੰਗੀ ਤਰ੍ਹਾਂ ਰਹਿੰਦੀ ਸੀ, ਪਰ ਸ਼ਾਮ ਨੂੰ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ। ਮੈਂ ਇਸ ਗੱਲ 'ਤੇ ਹੈਰਾਨ ਸੀ ਕਿ ਜੋ ਮੋਮਬੱਤੀ ਨੂੰ ਜਗਾਉਣ ਲਈ ਲਿਆਂਦਾ ਹੈ ਤਾਂ ਇਸ ਦਾ ਧਾਗਾ ਕਿਉਂ ਕੱਢਿਆ? ਜੇ ਇਸ ਨੂੰ ਜਗਾਉਣ ਲਈ ਮੰਗਵਾਇਆ ਹੈ ਤਾਂ ਇਸ ਦਾ ਧਾਗਾ ਕੱਢਣ ਦਾ ਕੀ ਫਾਇਦਾ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਦੁਕਾਨ ਵਾਲਾ ਮੈਨੂੰ ਤਾਨੇ ਦਿੰਦਾ। ਮੈਂ ਕਿਸੇ ਹੋਰ ਦੁਕਾਨ 'ਤੇ ਜਾਣ ਬਾਰੇ ਸੋਚਿਆ, ਪਰ ਦੂਜੀ ਦੁਕਾਨ ਇੱਥੋਂ ਬਹੁਤ ਦੂਰ ਸੀ। ਇਸ ਵਿੱਚ ਮੇਰਾ ਹੀ ਨੁਕਸਾਨ ਸੀ ਕਿਉਂਕਿ ਮੈਨੂੰ ਬਾਰ-ਬਾਰ ਚੱਕਰ ਲਗਾਉਣੇ ਪੈਂਦੇ ਸਨ। ਇਸ ਲਈ ਮੈਂ ਇਸ ਦੁਕਾਨ ਤੋਂ ਸਮਾਨ ਖਰੀਦਣਾ ਸ਼ੁਰੂ ਕਰ ਦਿੱਤਾ। ਪਰ ਅੱਜ ਕੱਲ੍ਹ ਇਹ ਮੋਮਬੱਤੀ ਸਸਤੀ ਕਿੱਥੋਂ ਮਿਲਦੀ ਹੈ? ਮੈਂ ਆਪਣੇ ਭਾਬੀ ਤੋਂ ਪੈਸੇ ਵੀ ਨਹੀਂ ਲੈ ਸਕਦਾ ਸੀ। ਮੈਂ ਸਿਰਫ ਆਪਣੇ ਪੈਸੇ ਹੀ ਖਰਚ ਕਰ ਰਿਹਾ ਸੀ ਅਤੇ ਮੈਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ। ਮਾਂ ਨੇ ਕਿਹਾ ਕਿ ਜੇ ਕੰਮ ਪੈਸੇ ਦੇ ਕੇ ਕਰਵਾਉਣਾ ਹੈ ਤਾਂ ਤੇਰੇ ਤੋਂ ਕਰਵਾਉਣ ਦੀ ਕੀ ਲੋੜ ਹੈ? ਉਹ ਆਪਣੇ ਭਰਾ ਨੂੰ ਵੀ ਕਹਿ ਸਕਦੀ ਹੈ। ਤਾਂ ਇਸ ਕਾਰਨ ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ।
ਘਰ ਵਿੱਚ ਰੋਸ਼ਨੀ ਕਰਨ ਲਈ ਮੋਮਬੱਤੀ ਵਰਤੀ ਜਾਂਦੀ ਹੈ ਅਤੇ ਮੋਮਬੱਤੀ ਦੀ ਵਰਤੋਂ ਸਿਰਫ ਰੋਸ਼ਨੀ ਲਈ ਕੀਤੀ ਜਾਂਦੀ ਹੈ ਤਾਂ ਠੀਕ ਹੈ, ਪਰ ਇਸ ਕਾਰਨ ਮੈਂ ਬਹੁਤ ਤੰਗ ਆ ਗਿਆ ਸੀ। ਮੇਰੀਆਂ ਜੇਬਾਂ ਖਾਲੀ ਹੋ ਰਹੀਆਂ ਸਨ ਅਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਕੁਝ ਪੈਸੇ ਦੇ ਕੇ ਇੱਕ ਇਨਵੈਟਰ ਖਰੀਦਿਆ ਅਤੇ ਆਪਣੇ ਘਰ ਲਗਾਇਆ। ਹੁਣ ਮੈਨੂੰ ਪੂਰਾ ਯਕੀਨ ਸੀ ਕਿ ਇਸ ਤੋਂ ਬਾਅਦ ਭਾਬੀ ਮੇਰੇ ਕੋਲੋਂ ਮੋਮਬੱਤੀ ਨਹੀਂ ਮੰਗੇਗੀ। ਉਹ ਵੀ ਬਹੁਤ ਖੁਸ਼ ਹੋ ਗਈ। ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਵੀ ਆਪਣੇ ਵੱਡੇ ਭਰਾ ਦੀ ਤਰ੍ਹਾਂ ਹੀ ਹੈ, ਤੂੰ ਵੀ ਘਰ ਵਾਲਿਆਂ ਬਾਰੇ ਕਿੰਨਾ ਸੋਚਦਾ ਹੈ। ਤੁਸੀਂ ਆਪਣੇ ਵੱਡੇ ਭਰਾ ਵਾਂਗ ਆਪਣੇ ਪੈਸੇ ਨਾਲ ਘਰੇਲੂ ਚੀਜ਼ਾਂ ਖਰੀਦੀਆਂ ਹਨ। ਉਹ ਆਪਣੇ ਬਾਰੇ ਬਾਅਦ ਵਿੱਚ ਸੋਚਦਾ ਹੈ, ਉਹ ਪਹਿਲਾਂ ਸਾਡੇ ਬਾਰੇ ਸੋਚਦਾ ਹੈ। ਤਾਂ ਉਹ ਵੀ ਵਿਚਾਰਾ ਇੰਨੀ ਜਲਦੀ ਵਾਪਸ ਚਲਾ ਗਿਆ। ਉਹ ਹੁਣੇ ਵਿਆਹਿਆ ਸੀ, ਪਰ ਉਸ ਦੀ ਪਤਨੀ ਬਹੁਤ ਚੰਗੀ ਹੈ, ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕਰਦੀ। ਮੈਨੂੰ ਯਕੀਨ ਸੀ ਕਿ ਮੇਰੀ ਭਾਬੀ ਹੁਣ ਮੈਨੂੰ ਉਹ ਕੰਮ ਨਹੀਂ ਦੇਵੇਗੀ, ਪਰ ਮੈਂ ਹੈਰਾਨ ਸੀ ਜਦੋਂ ਅਗਲੇ ਦਿਨ ਭਾਬੀ ਨੇ ਮੈਨੂੰ ਪੈਸੇ ਦੇ ਕੇ ਕਿਹਾ, ਮੋਮਬੱਤੀ ਲੈ ਕੇ ਆ, ਕੱਲ ਵੀ ਤੂੰ ਨਹੀਂ ਲਿਆਇਆ। ਮੈਂ ਕਿਹਾ, ਭਾਬੀ ਕੀ ਲੋੜ ਹੈ, ਹੁਣ ਤਾਂ ਇਨਵੈਟਰ ਹੈ। ਇਸ ਤੇ ਉਹ ਸ਼ਾਂਤ ਹੋ ਗਈ। ਮੈਂ ਆਪਣੀ ਭਰਜਾਈ ਦਾ ਕਹਿਣਾ ਮੰਨ ਲਿਆ, ਪਰ ਮੈਂ ਹੈਰਾਨ ਸੀ। ਮੈਂ ਹੁਣ ਇਨਵੈਟਰ ਵੀ ਲਗਾ ਲਿਆ, ਫਿਰ ਵੀ ਉਹ ਮੈਨੂੰ ਇਹ ਸਭ ਕਰਨ ਲਈ ਕਿਉਂ ਕਹਿ ਰਹੀ ਸੀ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਵੀ ਇਹ ਕਰਨਾ ਪਿਆ। ਮੈਂ ਭਾਬੀ ਨੂੰ ਪੁੱਛਿਆ ਕਿ ਤੁਸੀਂ ਇਸ ਦਾ ਕਰਦੇ ਕੀ ਹੋ। ਭਾਬੀ ਕਹਿਣ ਲੱਗੀ, ਮੈਂ ਰਾਤ ਨੂੰ ਖਿੜਕੀ ਖੋਲਾਂਗੀ, ਤੁਸੀਂ ਆਪ ਹੀ ਦੇਖ ਲਵੋ ਕਿ ਮੈਂ ਕੀ ਕਰਦੀ ਹਾਂ। ਮੈਂ ਹੈਰਾਨ ਸੀ। ਭਾਬੀ ਬੜੀ ਅਜੀਬ ਸੀ। ਉਸ ਦਿਨ ਮੇਰੀ ਭਰਜਾਈ ਮੇਰੇ ਨਾਲ ਅਜੀਬ ਗੱਲਾਂ ਕਰ ਰਹੀ ਸੀ। ਇਹ ਗੱਲ ਉਹ ਆਪਣੀ ਮਾਂ ਨੂੰ ਵੀ ਨਹੀਂ ਦੱਸ ਸਕਿਆ। ਭਰਾ ਦਾ ਫੋਨ ਆਇਆ ਤੇ ਉਹ ਮਾਂ ਨੂੰ ਕਹਿ ਰਿਹਾ ਸੀ ਕਿ ਲੱਗਦਾ ਹੈ ਤੁਸੀਂ ਮੇਰੀ ਘਰਵਾਲੀ ਨੂੰ ਬਹੁਤ ਪਿਆਰ ਨਾਲ ਰੱਖਿਆ ਹੈ। ਉਹ ਮੇਰੀ ਪਰਵਾਹ ਨਹੀਂ ਕਰਦੀ, ਮੈਨੂੰ ਫੋਨ ਨਹੀਂ ਕਰਦੀ, ਮੇਰੇ ਨਾਲ ਗੱਲ ਨਹੀਂ ਕਰਦੀ। ਪਰ ਮਾਂ ਨੇ ਕਿਹਾ ਉਹ ਸ਼ਾਮ ਨੂੰ ਸਾਰਾ ਕੰਮ ਆਦਿ ਮੁਕਾ ਕੇ ਕਹਿੰਦੀ ਹੈ ਕਿ ਮੈਂ ਕਮਰੇ ਵਿੱਚ ਜਾ ਰਹੀ ਹਾਂ ਤੇਰੇ ਨਾਲ ਗੱਲ ਕਰਨ ਲਈ। ਮੈਂ ਉਸ ਨੂੰ ਪਰੇਸ਼ਾਨ ਨਹੀਂ ਕਰਦੀ ਕਿ ਚੱਲ ਤੁਹਾਡੇ ਨਾਲ ਗੱਲ ਕਰਨ ਦਾ ਸਮਾਂ ਹੈ। ਤੁਹਾਡੇ ਨਾਲ ਗੱਲ ਕਰਕੇ ਉਸ ਦਾ ਦਿਲ ਖੁਸ਼ ਹੋ ਜਾਂਦਾ ਹੈ। ਮੇਰਾ ਭਰਾ ਇਹ ਸੁਣ ਕੇ ਹੈਰਾਨ ਰਹਿ ਗਿਆ। ਉਸ ਨੇ ਕਿਹਾ, ਨਹੀਂ, ਅਸੀਂ ਗੱਲਾਂ ਤਾਂ ਕਰਦੇ ਹਾਂ, ਪਰ ਉਹ ਇੰਨਾ ਸਮਾਂ ਨਹੀਂ ਦਿੰਦੀ। ਮੇਰੇ ਭਰਾ ਨੇ ਵੀ ਸ਼ਾਇਦ ਉਸ ਦੀ ਇੱਜ਼ਤ ਰੱਖਣ ਦੇ ਲਈ ਗੱਲ ਨੂੰ ਮੋੜ ਦਿੱਤਾ ਸੀ। ਮਾਂ ਨੂੰ ਵੀ ਸ਼ੱਕ ਹੋ ਰਿਹਾ ਸੀ। ਹੁਣ ਮੇਰੀ ਮਾਂ ਮੇਰੀ ਭਰਜਾਈ ਨੂੰ ਰਾਤ ਦਾ ਖਾਣਾ ਬਣਾਉਣ ਦਾ ਕੰਮ ਦੇ ਦਿੱਤਾ ਸੀ ਅਤੇ ਸਖਤੀ ਨਾਲ ਕਿਹਾ ਕਿ ਰਾਤ ਦਾ ਖਾਣਾ ਤੂੰ ਹੀ ਬਣਾਉਣਾ। ਹੁਣ ਉਸ ਨੂੰ ਸਾਰਿਆਂ ਲਈ ਖਾਣਾ ਤਿਆਰ ਕਰਨਾ ਪੈਂਦਾ ਸੀ ਅਤੇ ਉਸ ਤੋਂ ਬਾਅਦ ਭਾਂਡੇ ਧੋਣੇ ਪੈਂਦੇ ਸਨ। ਇਸ ਕੰਮ ਵਿੱਚ ਬਹੁਤ ਟਾਈਮ ਲੱਗ ਜਾਂਦਾ ਸੀ। ਕਰੀਬ ਰਾਤ ਦੇ 10 ਵੱਜ ਜਾਂਦੇ ਸਨ। ਸਾਡੇ ਘਰ ਦਾ ਖਾਣਾ ਕਾਫੀ ਲੇਟ ਪਕਾਇਆ ਜਾਂਦਾ ਸੀ। ਭਾਬੀ ਨੇ 2 ਦਿਨ ਇਹ ਕੰਮ ਕੀਤਾ। ਇਸ ਤੋਂ ਬਾਅਦ ਉਹ ਪਰੇਸ਼ਾਨ ਹੋ ਗਈ। ਉਸ ਨੇ ਕਿਹਾ, ਮੈਂ ਇਹ ਕੰਮ ਨਹੀਂ ਕਰਾਂਗੀ। ਇੱਕ ਤਾਂ ਮੇਰੇ ਪਤੀ ਨੂੰ ਬਾਹਰ ਭੇਜ ਦਿੱਤਾ। ਵਿਆਹ ਵੇਲੇ ਤੁਸੀਂ ਕੁਝ ਨਹੀਂ ਕਿਹਾ ਸੀ ਕਿ ਉਹ ਇੰਨੀ ਜਲਦੀ ਵਾਪਸ ਚਲਾ ਜਾਵੇਗਾ, ਅਤੇ ਇਸ ਤੋਂ ਇਲਾਵਾ ਤੁਸੀਂ ਮੈਨੂੰ ਘਰ ਦੇ ਕੰਮ ਕਰਨ ਲਈ ਮਜਬੂਰ ਕਰ ਰਹੇ ਹੋ। ਮੈਂ ਦੁਪਹਿਰ ਦਾ ਖਾਣਾ ਬਣਾਵਾਂਗੀ। ਰਾਤ ਦਾ ਖਾਣਾ ਬਣਾਉਣ ਤੋਂ ਉਸਨੇ ਇਨਕਾਰ ਕਰ ਦਿੱਤਾ ਅਤੇ ਫਿਰ ਘਰ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ। ਮੇਰੀ ਮਾਂ ਅਜੇ ਨਹੀਂ ਸੀ, ਉਹਨਾਂ ਨੂੰ ਲੜਨ ਦਾ ਕੋਈ ਸ਼ੌਂਕ ਨਹੀਂ ਸੀ। ਇਸ ਕਰਕੇ ਉਹ ਵੀ ਚੁੱਪ ਹੋ ਗਈ ਅਤੇ ਮੈਂ ਸੋਚਿਆ ਸੀ ਕਿ ਮੈਂ ਵੀ ਦੇਖ ਕੇ ਹੀ ਰਹਾਂਗਾ ਕਿ ਭਾਬੀ ਕੀ ਕਰਦੀ ਹੈ, ਅਤੇ ਉਸਨੇ ਆਪ ਹੀ ਕਿਹਾ ਕਿ ਮੈਂ ਖਿੜਕੀ ਖੋਲ੍ਹ ਦਿਆਂਗੀ ਅਤੇ ਤੁਸੀਂ ਖੁਦ ਦੇਖ ਸਕਦੇ ਹੋ। ਮੈਂ ਸੋਚਿਆ ਕਿ ਅੱਜ ਮੈਂ ਉਸ ਦੇ ਕਮਰੇ ਦੀ ਖਿੜਕੀ ਦੇ ਬਾਹਰ ਜ਼ਰੂਰ ਜਾਵਾਂਗਾ। ਉਸ ਦਾ ਕਮਰਾ ਇੱਕ ਕੋਨੇ ਵਿੱਚ ਬਣਿਆ ਹੋਇਆ ਸੀ ਤੇ ਬਾਹਰ ਇੱਕ ਛੋਟਾ ਜਿਹਾ ਬਾਥਰੂਮ ਸੀ। ਇਹ ਕਮਰਾ ਉਹਨਾਂ ਨੂੰ ਇਸ ਲਈ ਦਿੱਤਾ ਸੀ ਕਿਉਂਕਿ ਉਹਨਾਂ ਦਾ ਹੁਣੇ ਵਿਆਹ ਹੋਇਆ ਸੀ ਤਾਂ ਜੋ ਉਹ ਪਾਸੇ ਰਹਿਣ। ਮੈਨੂੰ ਇਹ ਕਰਨਾ ਪਸੰਦ ਨਹੀਂ ਸੀ ਕਿਉਂਕਿ ਰਾਤ ਦਾ ਸਮਾਂ ਸੀ। ਜੇ ਕੋਈ ਮੈਨੂੰ ਭਾਬੀ ਦੇ ਕਮਰੇ ਦੀ ਖਿੜਕੀ ਦੇ ਬਾਹਰ ਖੜਾ ਵੇਖ ਲੈਂਦਾ ਤਾਂ ਮੇਰੀ ਬਹੁਤ ਬੇਇੱਜ਼ਤੀ ਹੁੰਦੀ। ਮਾਂ ਨੇ ਪਤਾ ਨਹੀਂ ਮੈਨੂੰ ਕਿਹੜੀਆਂ ਗੱਲਾਂ ਸੁਣਾਈਆਂ ਸੀ। ਜਦੋਂ ਮੈਂ ਦੇਖਿਆ ਤਾਂ ਕਮਰੇ ਦੇ ਆਸ-ਪਾਸ ਕੋਈ ਨਹੀਂ ਸੀ ਜੋ ਉਸ ਨੂੰ ਦੇਖ ਸਕੇ। ਫਿਰ ਜਦੋਂ ਮੈਂ ਖਿੜਕੀ ਦੇ ਨੇੜੇ ਗਿਆ ਤਾਂ ਖਿੜਕੀ ਬੰਦ ਸੀ, ਪਰ ਅੰਦਰੋਂ ਅਜੀਬ ਜਿਹੀ ਆਵਾਜ਼ ਆ ਰਹੀ ਸੀ। ਲੱਗਦਾ ਸੀ ਕਿ ਭਾਬੀ ਨੂੰ ਦਰਦ ਹੋ ਰਿਹਾ ਸੀ। ਮੈਂ ਹੈਰਾਨ ਸੀ ਕਿ ਭਾਬੀ ਅਜਿਹਾ ਕੀ ਕਰ ਰਹੀ ਹੈ। ਉਹ ਕਹਿ ਰਹੀ ਸੀ ਕਿ ਉਹ ਖਿੜਕੀ ਖੋਲ੍ਹ ਦੇਵੇਗੀ, ਪਰ ਉਸਨੇ ਖਿੜਕੀ ਨਹੀਂ ਖੋਲ੍ਹੀ ਅਤੇ ਮੈਂ ਫਿਰ ਉੱਥੋਂ ਚਲਾ ਗਿਆ। ਸਵੇਰੇ ਮੈਂ ਆਪਣੀ ਭਾਬੀ ਨੂੰ ਕਿਹਾ, ਤੁਸੀਂ ਤਾਂ ਕਹਿ ਰਹੇ ਸੀ ਕਿ ਮੈਂ ਖਿੜਕੀ ਖੋਲ੍ਹ ਦੇਵਾਂਗੀ, ਫਿਰ ਤੁਸੀਂ ਖਿੜਕੀ ਕਿਉਂ ਨਹੀਂ ਖੋਲ੍ਹੀ? ਭਾਬੀ ਨੇ ਕਿਹਾ, ਅੱਛਾ ਤਾਂ ਤੁਸੀਂ ਦੇਖਣ ਲਈ ਆਏ ਸੀ।
ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੈਂ ਤਾਂ ਮਜ਼ਾਕ ਕਰ ਰਹੀ ਸੀ। ਮੈਂ ਵੀ ਸ਼ਰਮਿੰਦਾ ਹੋ ਗਿਆ। ਫਿਰ ਮੈਂ ਕਿਹਾ, ਨਹੀਂ ਭਾਬੀ, ਮੈਂ ਨਹੀਂ ਆਇਆ, ਮੈਂ ਵੀ ਮਜ਼ਾਕ ਹੀ ਕਰ ਰਿਹਾ ਹਾਂ। ਤਾਂ ਫਿਰ ਉਹ ਕਹਿਣ ਲੱਗੀ, ਕੋਈ ਗੱਲ ਨਹੀਂ, ਮੈਂ ਖਿੜਕੀ ਖੋਲ੍ਹਣਾ ਭੁੱਲ ਗਈ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਸ ਦੇ ਮੂਡ ਦਾ ਵੀ ਪਤਾ ਨਹੀਂ ਸੀ। ਕਈ ਵਾਰ ਉਹ ਅਜੀਬ ਜਿਹੀਆਂ ਗੱਲਾਂ ਕਹਿ ਕੇ ਕਹਿੰਦੀ ਕਿ ਮੈਂ ਮਜ਼ਾਕ ਕਰ ਰਹੀ ਹਾਂ, ਅਤੇ ਕਈ ਵਾਰ ਉਹ ਗੰਭੀਰਤਾ ਨਾਲ ਅਜੀਬ ਜਿਹੀਆਂ ਗੱਲਾਂ ਕਹਿ ਦਿੰਦੀ ਤੇ ਕਹਿੰਦੀ ਕਿ ਮੈਂ ਮਜ਼ਾਕ ਨਹੀਂ ਕਰ ਰਹੀ। ਹੁਣ ਮੇਰੀ ਮਾਂ ਨੂੰ ਮੇਰੀ ਭਾਬੀ ਦੀਆਂ ਹਰਕਤਾਂ ਤੇ ਗੁੱਸਾ ਆਉਣ ਲੱਗਾ। ਜਦੋਂ ਗੁਆਂਢ ਵਿੱਚ ਕੋਈ ਆਉਂਦਾ ਤਾਂ ਮੇਰੀ ਮਾਂ ਉਸ ਦੀ ਚੁਗਲੀ ਵੀ ਕਰਦੀ ਸੀ। ਜਦੋਂ ਕਿ ਇਲਾਕੇ ਦੇ ਲੋਕ ਕਹਿੰਦੇ ਕਿ ਤੁਸੀਂ ਬਹੁਤ ਭਾਗਾਂ ਵਾਲੇ ਹੋ ਜੋ ਤੁਹਾਨੂੰ ਇੰਨੀ ਸੋਹਣੀ ਨੂੰਹ ਮਿਲੀ ਹੈ। ਮੇਰੀ ਮਾਂ ਕਹਿੰਦੀ ਸੀ ਕਿ ਸੁੰਦਰਤਾ ਦਾ ਅਚਾਰ ਪਾਉਣਾ ਕੋਈ ਗੁਣ ਹੋਣਾ ਚਾਹੀਦਾ ਹੈ, ਜਦੋਂ ਕਿ ਉਹ ਪਹਿਲਾਂ ਕਹਿ ਰਹੀ ਸੀ ਕਿ ਕੁੜੀ ਸੋਹਣੀ ਹੋਣੀ ਚਾਹੀਦੀ ਹੈ ਤਾਂ ਜੋ ਹਰ ਕੋਈ ਉਸ ਨੂੰ ਦੇਖ ਕੇ ਦੇਖਦਾ ਹੀ ਰਹਿ ਜਾਵੇ। ਅੱਜ ਕੱਲ੍ਹ ਕੋਈ ਵੀ ਕੁੜੀ ਕੰਮ ਕਰਨਾ ਨਹੀਂ ਜਾਣਦੀ, ਹਰ ਕੋਈ ਵਿਆਹ ਤੋਂ ਬਾਅਦ ਹੀ ਸਿੱਖਦਾ ਹੈ। ਪਰ ਹੁਣ ਮੇਰੀ ਮਾਂ ਦਾ ਨਜ਼ਰੀਆ ਬਦਲ ਗਿਆ ਸੀ। ਭਾਬੀ ਦੀ ਕੋਈ ਭੈਣ ਨਹੀਂ ਸੀ, ਪਰ ਉਹਨਾਂ ਦੇ ਰਿਸ਼ਤੇਦਾਰ ਦੀ ਇੱਕ ਕੁੜੀ ਸੀ। ਉਹ ਉਸ ਵਾਂਗ ਹੀ ਸੁੰਦਰ ਸੀ। ਮੇਰੀ ਮਾਂ ਪਹਿਲਾਂ ਕਹਿੰਦੀ ਸੀ ਕਿ ਉਸ ਦਾ ਰਿਸ਼ਤਾ ਮੇਰੇ ਲਈ ਲੈ ਕੇ ਆਉਣਾ ਹੈ, ਪਰ ਹੁਣ ਮੇਰੀ ਮਾਂ ਨੇ ਇਨਕਾਰ ਕਰ ਦਿੱਤਾ ਸੀ ਅਤੇ ਮੇਰੀ ਵੀ ਕੋਈ ਦਿਲਚਸਪੀ ਨਹੀਂ ਸੀ। ਜੇ ਭਾਬੀ ਇਹੋ ਜਿਹੀ ਸੀ ਤਾਂ ਉਹ ਕੁੜੀ ਵੀ ਅਜਿਹੀ ਹੀ ਹੋਣੀ ਸੀ ਤੇ ਮੈਂ ਅਜਿਹੀਆਂ ਔਰਤਾਂ ਨਾਲ ਨਹੀਂ ਰਹਿ ਸਕਦਾ। ਅਜੇ ਤਾਂ ਮੇਰਾ ਭਰਾ ਇੱਥੇ ਨਹੀਂ ਸੀ। ਜੇਕਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਇਹ ਕੁਝ ਕਰ ਰਹੀ ਹੈ ਤਾਂ ਉਹ ਵੀ ਹੈਰਾਨ ਅਤੇ ਪਰੇਸ਼ਾਨ ਹੋ ਜਾਂਦੇ। ਅਗਲੇ ਦਿਨ ਫਿਰ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਅੱਜ ਖਿੜਕੀ ਖੁੱਲ੍ਹੇਗੀ, ਪਰ ਅੱਜ ਜਦੋਂ ਮੈਂ ਜਾਣ ਲੱਗਾ ਤਾਂ ਮੇਰੀ ਮਾਂ ਨੇ ਮੈਨੂੰ ਦੇਖ ਲਿਆ। ਤੂੰ ਕਿੱਥੇ ਜਾ ਰਿਹਾ ਹੈ? ਮੈਂ ਮਾਂ ਨੂੰ ਕਿਹਾ ਕਿ ਮੇਰੇ ਦੋਸਤ ਦਾ ਫੋਨ ਆਇਆ, ਮੈਂ ਵਿਹੜੇ ਵਿੱਚ ਗੱਲ ਕਰਨ ਜਾ ਰਿਹਾ ਹਾਂ। ਮੇਰੀ ਮਾਂ ਨੇ ਕਿਹਾ, ਅਜੀ ਕਿਹੜੀ ਗੱਲ ਹੈ ਕਿ ਤੁਸੀਂ ਆਪਣੇ ਕਮਰੇ ਵਿੱਚ ਬੈਠ ਕੇ ਨਹੀਂ ਕਰ ਸਕਦੇ? ਉਹਨਾਂ ਨੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਮੈਂ ਮੰਮੀ ਦੇ ਕਹਿਣ ਤੇ ਪਹਿਲਾਂ ਕਮਰੇ ਵਿੱਚ ਵਾਪਸ ਆਇਆ, ਪਰ ਥੋੜੀ ਦੇਰ ਬਾਅਦ ਦੁਬਾਰਾ ਬਾਹਰ ਚਲਾ ਗਿਆ। ਹੁਣ ਮੇਰੀ ਮਾਂ ਸੌਂ ਰਹੀ ਸੀ, ਪਰ ਇਸ ਵਾਰ ਕਮਰੇ ਦੀ ਖਿੜਕੀ ਬੰਦ ਸੀ ਅਤੇ ਉਹੀ ਆਵਾਜ਼ ਆ ਰਹੀ ਸੀ। ਮੈਂ ਧਿਆਨ ਨਾਲ ਸੁਣਿਆ। ਇਹ ਅਜਿਹੀਆਂ ਆਵਾਜ਼ਾਂ ਸੀ ਜਿਵੇਂ ਭਾਬੀ ਮੁਸੀਬਤ ਵਿੱਚ ਹੋਵੇ ਤੇ ਉਹ ਆਪਣੇ ਪਤੀ ਦੀ ਯਾਦ ਵਿੱਚ ਰੋ ਰਹੀ ਹੋਵੇ, ਪਰ ਉਸ ਦੀਆਂ ਹਰਕਤਾਂ ਤੋਂ ਇਹ ਨਹੀਂ ਲੱਗਦਾ ਸੀ ਕਿ ਉਹ ਆਪਣੇ ਪਤੀ ਨੂੰ ਯਾਦ ਕਰ ਰਹੀ ਸੀ। ਭਰਾ ਕਹਿੰਦਾ ਸੀ ਕਿ ਉਹ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦੀ, ਕਿ ਤੁਸੀਂ ਉਸ ਨੂੰ ਘਰ ਦੇ ਕੰਮ ਵਿੱਚ ਤਾਂ ਨਹੀਂ ਲਗਾ ਰੱਖਿਆ, ਪਰ ਅਜਿਹਾ ਕੁਝ ਵੀ ਨਹੀਂ ਸੀ। ਫਿਰ ਇਹ ਆਵਾਜ਼ ਕਿਉਂ ਆ ਰਹੀ ਸੀ? ਅੱਜ ਮੈਂ ਬਹੁਤ ਪਰੇਸ਼ਾਨ ਹੋ ਗਿਆ। ਅਗਲੇ ਦਿਨ ਮੈਂ ਭਾਬੀ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਸ਼ਾਇਦ ਉਹ ਮੇਰੇ ਨਾਲ ਮਜ਼ਾਕ ਕਰ ਰਹੀ ਸੀ। ਉਹ ਹਰ ਰੋਜ਼ ਕਹਿੰਦੇ ਸੀ ਕਿ ਮੈਂ ਖਿੜਕੀ ਖੋਲ੍ਹ ਦਿਆਂਗੀ, ਪਰ ਖਿੜਕੀ ਨਾ ਖੁੱਲ੍ਹੀ ਅਤੇ ਮੈਂ ਚੋਰ ਵਾਂਗ ਉੱਥੇ ਜਾਂਦਾ। ਮੈਨੂੰ ਟੈਨਸ਼ਨ ਹੁੰਦੀ, ਪਰ ਅੱਜ ਮਾਂ ਨੇ ਵੀ ਮੈਨੂੰ ਝਿੜਕ ਦਿੱਤਾ। ਇਸ ਲਈ ਮੈਂ ਸੋਚਿਆ ਕਿ ਮੈਂ ਇਹ ਸਭ ਆਪਣੇ ਦਿਮਾਗ ਵਿੱਚੋਂ ਕੱਢ ਦੇਵਾਂਗਾ। ਵੈਸੇ ਵੀ ਮੈਨੂੰ ਉਸ ਦੀ ਜ਼ਿੰਦਗੀ ਵਿੱਚ ਬੋਲਣ ਦੀ ਲੋੜ ਨਹੀਂ ਸੀ, ਪਰ ਦੂਜੇ ਪਾਸੇ ਉਹ ਚੀਜ਼ ਵੀ ਮੇਰੇ ਤੋਂ ਮੰਗਵਾਉਂਦੀ ਸੀ ਤਾਂ ਮੈਂ ਕੀ ਕਰਦਾ। ਇੱਕ ਦਿਨ ਭਰਾ ਦਾ ਫੋਨ ਆਇਆ ਅਤੇ ਉਸਨੇ ਕਿਹਾ ਕਿ ਉਹ 3 ਮਹੀਨਿਆਂ ਦੀ ਛੁੱਟੀ ਆ ਰਿਹਾ ਹੈ, ਕਿਉਂਕਿ ਉਸ ਨੂੰ ਛੁੱਟੀਆਂ ਮਿਲ ਰਹੀਆਂ ਹਨ। ਉਹ ਜਿਸ ਸ਼ਹਿਰ ਵਿੱਚ ਕੰਮ ਕਰਦਾ ਸੀ ਉੱਥੇ ਹਾਲਤ ਖਰਾਬ ਹੋ ਗਏ ਸਨ। ਉਸ ਨੂੰ ਜਲਦੀ ਵਾਪਸ ਭੇਜਿਆ ਜਾਵੇਗਾ। ਉਹ ਇੱਥੇ 3 ਮਹੀਨੇ ਰਹਿਣਗੇ। ਇਹ ਸੁਣ ਕੇ ਅਸੀਂ ਸਾਰੇ ਬਹੁਤ ਖੁਸ਼ ਹੋਏ, ਪਰ ਭਾਬੀ ਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਬਹੁਤ ਪਰੇਸ਼ਾਨ ਸੀ। ਉਸ ਦੇ ਚਿਹਰੇ ਤੇ ਬਿਲਕੁਲ ਵੀ ਖੁਸ਼ੀ ਨਹੀਂ ਸੀ। ਉਹਨਾਂ ਕਿਹਾ ਕਿ ਇਹ ਸਭ ਅਫਵਾਹਾਂ ਆ ਰਹੀਆਂ ਹਨ, ਕੁਝ ਨਹੀਂ ਹੋਇਆ, ਛੁੱਟੀਆਂ ਨਹੀਂ ਮਿਲਣਗੀਆਂ। ਉਹ ਉੱਥੇ ਹੀ ਕੰਮ ਕਰੇਗਾ ਅਤੇ ਜੇਕਰ ਕੰਮ ਨਹੀਂ ਹੋਵੇਗਾ ਤਾਂ ਪੈਸਾ ਕਿੱਥੋਂ ਆਵੇਗਾ। ਮੇਰੀ ਮਾਂ ਨੇ ਕਿਹਾ, ਤੁਹਾਡਾ ਪਤੀ ਵਾਪਸ ਆ ਰਿਹਾ ਹੈ, ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਤੇ ਤੈਨੂੰ ਕੰਮ ਤੇ ਪੈਸਿਆਂ ਦੀ ਲੱਗੀ ਹੋਈ ਹੈ। ਤਾਂ ਮੇਰੀ ਭਰਜਾਈ ਨੇ ਉਲਟਾ ਜਵਾਬ ਦਿੰਦਿਆਂ ਕਿਹਾ ਕਿ ਜੇ ਪੈਸੇ ਨਹੀਂ ਆਏ ਤਾਂ ਇਹ ਘਰ ਕਿਵੇਂ ਚੱਲੇਗਾ? ਕੋਈ ਕੰਮ ਨਹੀਂ ਕਰਦਾ, ਜਦੋਂ ਕਿ ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣਾ ਘਰ ਜਾਂਦਾ ਸੀ। ਵੈਸੇ ਵੀ ਮੇਰੀ ਪੜ੍ਹਾਈ ਚੱਲ ਰਹੀ ਸੀ, ਮੈਨੂੰ ਕੰਮ ਕਰਨ ਦੀ ਲੋੜ ਨਹੀਂ ਸੀ ਤੇ ਪਾਪਾ ਦੀ ਪੈਨਸ਼ਨ ਆਉਂਦੀ ਸੀ ਤੇ ਭਰਾ ਵੀ ਸਾਰਾ ਘਰ ਚਲਾਉਂਦਾ ਸੀ। ਪਰ ਮੈਂ ਮਾਂ ਨੂੰ ਚੁੱਪ ਕਰਵਾ ਦਿੱਤਾ। ਮੈਂ ਕਿਹਾ ਕਿ ਉਹ ਆਪਣਾ ਰੰਗ ਦਿਖਾ ਰਹੀ ਹੈ ਤੇ ਘਰ ਦਾ ਮਾਹੌਲ ਖਰਾਬ ਹੋਵੇਗਾ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਵੱਧ ਜਾਵੇਗਾ। ਮਾਂ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਖੁਸ਼ ਸੀ ਕਿ ਉਸਨੇ ਮੇਰੀ ਗੱਲ ਮੰਨੀ। ਹੁਣ ਉਹ ਸ਼ਾਂਤ ਹੋ ਗਈ
ਮੈਂ ਘਰ ਵਿੱਚ ਕੋਈ ਹੰਗਾਮਾ ਨਹੀਂ ਕਰਨਾ ਚਾਹੁੰਦਾ ਸੀ। ਮੇਰੀ ਭਾਬੀ ਮੈਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਤਾਨੇ ਮਾਰਦੀ ਸੀ। ਹੁਣ ਉਸ ਦਾ ਅਸਲੀ ਰੂਪ ਸਾਡੇ ਸਾਹਮਣੇ ਆ ਰਿਹਾ ਸੀ ਅਤੇ ਉਹ ਸਾਨੂੰ ਦੱਸਣ ਲੱਗੀ ਕਿ ਉਹ ਕਿਹੋ ਜਿਹੀ ਔਰਤ ਸੀ। ਮੈਂ ਵੀ ਭਾਬੀ ਤੋਂ ਦੂਰ ਰਹਿੰਦਾ ਸੀ, ਆਪਣੇ ਹੀ ਕੰਮ ਵਿੱਚ ਧਿਆਨ ਰੱਖਦਾ ਸੀ। ਜਦੋਂ ਉਹ ਮੇਰੇ ਤੋਂ ਕੁਝ ਮੰਗਵਾਉਂਦੀ ਤਾਂ ਮੈਂ ਲਿਆ ਕੇ ਦਿੰਦਾ। ਇੱਕ ਦਿਨ ਮੈਂ ਆਪਣਾ ਫੋਨ ਲੈ ਕੇ ਆਪਣੇ ਕਮਰੇ ਕੋਲੋਂ ਲੰਘ ਰਿਹਾ ਸੀ। ਰਾਤ ਦਾ ਸਮਾਂ ਸੀ ਤਾਂ ਉਸਨੇ ਮੈਨੂੰ ਇਸ਼ਾਰਾ ਕੀਤਾ ਅਤੇ ਮੈਂ ਕਮਰੇ ਦੇ ਅੰਦਰ ਚਲਾ ਗਿਆ। ਮੈਂ ਸੋਚਿਆ ਕਿ ਉਹ ਮੇਰੇ ਨਾਲ ਮਜ਼ਾਕ ਕਰ ਰਹੀ ਹੈ, ਪਰ ਜਿਵੇਂ ਹੀ ਮੈਂ ਅੰਦਰ ਜਾਣ ਲੱਗਾ ਤਾਂ ਮੇਰੇ ਕਦਮ ਰੁਕ ਗਏ। ਕਮਰੇ ਦੀ ਖਿੜਕੀ ਖੁੱਲੀ ਹੋਈ ਸੀ। ਇਸ ਦਾ ਮਤਲਬ ਹੈ ਕਿ ਉਹ ਕੋਈ ਮਜ਼ਾਕ ਨਹੀਂ ਸੀ ਤੇ ਖਿੜਕੀ ਸੱਚਮੁੱਚ ਖੁੱਲੀ ਸੀ ਅਤੇ ਮੈਂ ਅੰਦਰ ਝਾਤ ਮਾਰ ਸਕਦਾ ਸੀ। ਮੈਂ ਇਸ ਮੌਕੇ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਸੀ। ਜੇ ਮੇਰੇ ਹੱਥ ਉਹਨਾਂ ਦੀ ਕਮਜ਼ੋਰੀ ਹੁੰਦੀ ਤਾਂ ਮੈਂ ਆਪਣੀ ਮਾਂ ਅਤੇ ਮੇਰੇ ਭਰਾ ਨੂੰ ਵੀ ਜ਼ਰੂਰ ਦੱਸਦਾ, ਪਰ ਭਾਬੀ ਨੂੰ ਨਹੀਂ ਪਤਾ ਸੀ ਕਿ ਅੱਜ ਉਹਨਾਂ ਨੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ ਅਤੇ ਹੁਣ ਮੇਰੇ ਦਿਲ ਵਿੱਚ ਉਸ ਲਈ ਇੱਜ਼ਤ ਬਿਲਕੁਲ ਵੀ ਨਹੀਂ ਸੀ। ਉਹ ਮੇਰੀ ਮਾਂ ਨਾਲ ਝਗੜਾ ਕਰਦੀ ਸੀ ਅਤੇ ਮੈਨੂੰ ਇਹ ਸਭ ਪਸੰਦ ਨਹੀਂ ਸੀ। ਮੈਂ ਅੱਗੇ ਵਧਿਆ ਅਤੇ ਕਾਫੀ ਹੈਰਾਨ ਸੀ ਕਿ ਹੁਣ ਕੀ ਹੋਣ ਵਾਲਾ ਹੈ। ਖਿੜਕੀ ਖੁੱਲੀ ਹੋਈ ਸੀ ਤੇ ਕਮਰੇ ਵਿੱਚ ਲਾਈਟ ਜਗ ਰਹੀ ਸੀ। ਅੰਦਰ ਦੇਖਣ ਲਈ ਗਰਦਨ ਅੰਦਰ ਕੀਤੀ। ਸਾਹਮਣੇ ਦਾ ਦ੍ਰਿਸ਼ ਪਹਿਲਾਂ ਤਾਂ ਮੈਂ ਠੀਕ ਤਰ੍ਹਾਂ ਨਹੀਂ ਦੇਖ ਸਕਿਆ। ਇਸ ਤੋਂ ਬਾਅਦ ਜਦੋਂ ਮੈਂ ਦੇਖਿਆ ਤਾਂ ਹੈਰਾਨ ਰਹਿ ਗਿਆ। ਮੇਰੇ ਹੋਸ਼ ਉੱਡ ਗਏ। ਹੁਣ ਮੈਨੂੰ ਪਤਾ ਲੱਗਾ ਕਿ ਭਾਬੀ ਨੂੰ ਕਿਉਂ ਦਰਦ ਹੁੰਦਾ ਸੀ, ਕਿਉਂਕਿ ਭਾਬੀ ਮੋਮਬੱਤੀ ਜਲਾ ਕੇ ਪਿਘਲਾ ਕੇ ਆਪਣੇ ਚਿਹਰੇ ਅਤੇ ਹੱਥਾਂ ਤੇ ਲਗਾ ਰਹੀ ਸੀ। ਭਾਬੀ ਇੱਕ ਗਰਮ ਮੋਮਬੱਤੀ ਜਗਾ ਕੇ ਮੇਰੇ ਸਾਹਮਣੇ ਬੈਠੀ ਸੀ ਤਾਂ ਉਹ ਬਹੁਤ ਅਜੀਬ ਲੱਗ ਰਹੀ ਸੀ ਅਤੇ ਉਸ ਨੇ ਮੈਨੂੰ ਵੀ ਦੇਖਿਆ ਕਿ ਮੈਂ ਅੰਦਰ ਦੇਖ ਰਿਹਾ ਹਾਂ ਤਾਂ ਉਹ ਮੇਰੇ ਵੱਲ ਅਜੀਬ ਜਿਹਾ ਦੇਖਣ ਲੱਗੀ। ਮੈਂ ਡਰ ਗਿਆ ਅਤੇ ਉੱਥੋਂ ਚਲਾ ਗਿਆ। ਜਦੋਂ ਭਾਬੀ ਨਾਲ ਮੈਂ ਇਸ ਬਾਰੇ ਗੱਲ ਕੀਤੀ ਤੇ ਮੈਂ ਕਿਹਾ, ਤੁਸੀਂ ਇਹ ਕੀ ਕਰ ਰਹੇ ਸੀ? ਉਸ ਨੇ ਕਿਹਾ, ਤੁਸੀਂ ਕੀ ਸੋਚਦੇ ਹੋ? ਮੈਂ ਇੰਨੀ ਸੁੰਦਰ ਹਾਂ। ਮੈਂ ਉਸ ਮੋਮਬੱਤੀ ਨੂੰ ਆਪਣੇ ਚਿਹਰੇ ਤੇ ਲਗਾ ਰਹੀ ਸੀ, ਜਿਸ ਕਾਰਨ ਮੇਰੇ ਚਿਹਰੇ ਤੋਂ ਸਾਰੀ ਗੰਦਗੀ ਉਤਰ ਜਾਂਦੀ ਹੈ। ਇਸੇ ਲਈ ਮੈਂ ਬਹੁਤ ਸੋਹਣੀ ਲੱਗਦੀ ਹਾਂ। ਮੈਂ ਸੋਚਿਆ ਸੀ ਕਿ ਭਾਬੀ ਪਾਗਲ ਹੈ ਅਤੇ ਮੈਂ ਉਸ ਨਾਲ ਦੁਬਾਰਾ ਗੱਲ ਨਹੀਂ ਕਰਾਂਗਾ। ਸੁੰਦਰਤਾ ਦੀ ਖਾਤਰ ਆਪਣੇ ਆਪ ਨੂੰ ਇੰਨਾ ਦਰਦ ਕਿਵੇਂ ਦੇ ਸਕਦਾ ਹੈ? ਜੋ ਵਿਅਕਤੀ ਆਪਣਾ ਨਹੀਂ ਹੈ ਉਹ ਕਿਸੇ ਦਾ ਨਹੀਂ। ਜਦੋਂ ਉਹ ਆਪਣੇ ਆਪ ਤੇ ਇੰਨਾ ਜ਼ੁਲਮ ਕਰ ਸਕਦੀ ਹੈ ਤਾਂ ਉਹ ਕੱਲ੍ਹ ਨੂੰ ਕਿਸੇ ਨਾਲ ਵੀ ਕਰ ਸਕਦੀ ਹੈ। ਮੈਂ ਇਹ ਕਿਸੇ ਨੂੰ ਨਹੀਂ ਦੱਸਿਆ। ਫਿਰ 3 ਮਹੀਨੇ ਲਈ ਭਰਾ ਵਾਪਸ ਆਇਆ। ਭਰਾ ਭਾਬੀ ਹਰ ਰੋਜ਼ ਝਗੜਾ ਕਰਦੇ ਸਨ। ਸ਼ਾਇਦ ਭਰਾ ਨੂੰ ਵੀ ਭਾਬੀ ਦੇ ਕਿਸੇ ਪੁਰਾਣੇ ਚੱਕਰ ਬਾਰੇ ਪਤਾ ਲੱਗ ਗਿਆ ਸੀ। ਅੱਜ ਕੱਲ੍ਹ ਉਹ ਬਹੁਤ ਝਗੜਾ ਕਰਦੇ ਸਨ। ਪਹਿਲਾਂ ਤਾਂ ਅਸੀਂ ਸਿਰਫ ਆਵਾਜ਼ਾਂ ਸੁਣਦੇ ਸੀ, ਫਿਰ ਉਹਨਾਂ ਦਾ ਝਗੜਾ ਕਮਰੇ ਤੋਂ ਬਾਹਰ ਆ ਗਿਆ। ਭਰਾ ਕਹਿਣ ਲੱਗਾ ਕਿ ਮੈਂ ਅਜੇ ਕੁੜੀ ਨਾਲ ਨਹੀਂ ਰਹਿੰਦਾ, ਉਹ ਪਾਗਲ ਹੈ, ਉਸ ਦਾ ਦਿਮਾਗ ਖਰਾਬ ਹੈ। ਇਸ ਤਰ੍ਹਾਂ ਗੱਲ ਤਲਾਕ ਤੱਕ ਪਹੁੰਚ ਗਈ। ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਕਿ ਘਰ ਨਾ ਖਰਾਬ ਹੋਵੇ। ਭਰਾ ਨੂੰ ਬਹੁਤ ਸਮਝਾਇਆ, ਪਿਤਾ ਜੀ ਨੇ ਵੀ ਸਮਝਾਇਆ, ਪਰ ਭਾਬੀ ਅਚਾਨਕ ਆਪਣੇ ਪੇਕੇ ਘਰ ਚਲੀ ਗਈ ਅਤੇ ਵਾਪਸ ਆਉਣ ਤੋਂ ਇਨਕਾਰ ਕਰ ਰਹੀ ਸੀ। ਅਸੀਂ ਉਸ ਨੂੰ ਬਾਰ-ਬਾਰ ਸਮਝਾਉਂਦੇ ਰਹੇ, ਪਰ ਉਹ ਨਾ ਮੰਨੀ ਅਤੇ ਕੁਝ ਦਿਨਾਂ ਬਾਅਦ ਉਸ ਵੱਲੋਂ ਅਦਾਲਤ ਦਾ ਹੁਕਮ ਆ ਗਿਆ। ਉਹ ਭਰਾ ਤੋਂ ਤਲਾਕ ਲੈਣਾ ਚਾਹੁੰਦੀ ਸੀ। ਮੇਰੇ ਭਰਾ ਨੂੰ ਵੀ ਗੁੱਸਾ ਆ ਗਿਆ ਅਤੇ ਮੇਰੇ ਭਰਾ ਨੇ ਕਿਹਾ, ਮੈਂ ਤਾਂ ਉਸ ਨੂੰ ਪਹਿਲਾਂ ਹੀ ਨਹੀਂ ਰੱਖਣਾ ਚਾਹੁੰਦਾ ਸੀ, ਤੁਹਾਡੇ ਕਰਕੇ ਚੁੱਪ ਰਿਹਾ। ਪਤਾ ਨਹੀਂ ਉਹ ਕਿਹੋ ਜਿਹੀ ਸੀ, ਕੀ ਚਾਹੁੰਦੀ ਸੀ। ਉਸ ਨੂੰ ਆਪਣੇ ਆਪ ਤੇ ਬਹੁਤ ਮਾਣ ਸੀ। ਮੇਰੇ ਭਰਾ ਨੇ ਕਿਹਾ, ਤੁਸੀਂ ਕੁੜੀ ਦਾ ਸਿਰਫ ਚਿਹਰਾ ਦੇਖਿਆ ਪਰ ਉਸ ਦੀ ਅਕਲ ਦੇ ਗੁਣ ਨਹੀਂ ਦੇਖੇ। ਉਸ ਦਾ ਚਿਹਰਾ ਦੇਖ ਕੇ ਹੀ ਉਸ ਨੂੰ ਲੈ ਆਏ। ਦੋਸਤੋ, ਆਪ ਜੀ ਨੂੰ ਬੇਨਤੀ ਹੈ ਕਿ ਕਿਸੇ ਦੇ ਗੁਣ ਵੀ ਦੇਖੋ ਤੇ ਅਕਲ ਵੀ ਦੇਖੋ। ਸਭ ਕੁਝ ਦੇਖ ਕੇ ਹੀ ਵਿਆਹ ਕਰਾਓ। ਵਿਆਹ ਬੱਚਿਆਂ ਦੀ ਖੇਡ ਨਹੀਂ ਹੈ, ਇਸ ਲਈ ਹਮੇਸ਼ਾ ਸੋਚ ਸਮਝ ਕੇ ਵਿਆਹ ਕਰੋ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।